ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਪਵਨ ਕੀ ਸੁਧ। ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਜੁਗੋ ਜੁਗੀ ਅਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਚੱਲ ਰਹੀ ਲੜੀਵਾਰ ਕਥਾ ਸ੍ਰੀ ਜਪਜੀ ਸਾਹਿਬ ਜੀ ਦੀਆਂ ਵਿਚਾਰਾਂ ਦੇ ਵਿੱਚ ਜੁੜ ਮਿਲੇ ਇਕੱਤਰ ਹੋਏ ਸਤਸੰਗੀ ਜਨੋਂ ਵੱਡੇ ਭਾਗਾਂ ਵਾਲੇ ਹਾਂ, ਜੋ ਇਸ ਵੇਲੇ ਸਤਿਗੁਰਾਂ ਦੀ ਨਿੱਘੀ ਗੋਦ ਅੰਦਰ ਜੁੜ ਮਿਲ ਕੇ ਸਤਿਗੁਰਾਂ ਦੀ ਬਾਣੀ ਨੂੰ ਸਰਵਣ ਕਰਨ ਵਾਸਤੇ ਇਕੱਤਰ ਹੋਏ ਹਾਂ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦੇ ਵਿੱਚ ਸੀਸ ਨਵਾਉਂਦਿਆਂ, ਰਸਨਾ ਪਵਿੱਤਰ ਕਰਦਿਆਂ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਪਜੀ ਸਾਹਿਬ ਜੀ ਦੇ ਅੰਦਰ ਮੰਨੇ ਦੀਆਂ ਦੂਜੀ ਪੌੜੀ ਦੇ ਅੰਦਰ ਅੱਜ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਮੰਨੇ ਸੁਰਤ ਹੋਵੇ ਮਨ ਬੁੱਧ। ਪਿੱਛੇ ਪੜ ਕੇ ਆਏ ਹਾਂ ਕਿ ਮੰਨੇ ਕੀ ਗਤ ਕਹੀ ਨਾ ਜਾਏ। ਮੰਨਣ ਵਾਲੀ ਦੀ ਜਿਹੜੀ ਅਵਸਥਾ ਹੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਹੁਣ ਹਜ਼ੂਰ ਸਮਝਾ ਰਹੇ ਨੇ ਕਿ ਜਿਹਨੇ ਮੰਨ ਲਿਆ, ਮੰਨੇ ਸੁਰਤ ਹੋਵੇ ਮਨ ਬੁੱਧ, ਕਿ ਜਿਹੜਾ ਮਨੁੱਖ ਉਸ ਪਰਮਾਤਮਾ ਨੂੰ ਮੰਨ ਲੈਂਦਾ ਹੈ, ਮਨ ਦੇ ਵਿੱਚ ਧਾਰ ਲੈਂਦਾ ਹੈ, ਜਿਹਦੀ ਲਗਨ ਉਸ ਪਰਮਾਤਮਾ ਦੇ ਨਾਲ ਲੱਗ ਜਾਂਦੀ ਹੈ, ਉਹਦੀ ਸੁਰਤ ਹੈ ਜਿਹੜੀ ਉਹ ਉੱਚੀ ਹੋ ਜਾਂਦੀ ਹੈ। ਤੇ ਕਈ ਵਾਰੀ ਹਜ਼ੂਰ ਸਮਝਾਉਣ ਦਾ ਯਤਨ ਕਰਦੇ ਨੇ ਪਾਵਨ ਬਾਣੀ ਦੀ ਦੁਆਰਾ ਕਿ ਅਕਸਰ ਇਸ ਪੌੜੀ ਦੇ ਜਦੋਂ ਅਸੀਂ ਅਰਥ ਕਰਦੇ ਹਾਂ, ਇੱਕ ਤੇ ਇਸ ਪਾਵਨ ਪੌੜੀ ਦੇ ਅੰਦਰ ਕਰਮਤਾ ਦੀ ਪੰਕਤੀ ਦੇ ਅੰਦਰ ਸ਼ਬਦ ਆਇਆ ਸੁਰਤ, ਤੇ ਦੂਸਰਾ ਆਇਆ ਮਨ ਤੇ ਬੁੱਧ। ਵੀ ਸੁਣਨ ਦੇ ਨਾਲ ਜੋ ਜੀਵਨ ਵਿੱਚ ਤਬਦੀਲੀ ਆਉਂਦੀ ਹੈ, ਅਸੀਂ ਪਿੱਛੇ ਪੜ੍ਹ ਕੇ ਆਏ ਹਾਂ। ਤੇ ਹਜ਼ੂਰ ਆਖਦੇ ਹੁਣ ਮੰਨਣ ਦੇ ਨਾਲ ਜਿਹੜੀ ਸੁਰਤੀ ਹੈ ਉਹ ਪਰਮਾਤਮਾ ਦੇ ਨਾਲ ਜੇ ਲੱਗਣ ਲੱਗ ਜਾਏ, ਮਨ ਬੁੱਧ, ਮਨ ਜੁੜ ਜਾਵੇ, ਬੁੱਧੀ ਹੈ ਜਿਹੜੀ ਉਸ ਪਰਮਾਤਮਾ ਦੇ ਨਾਲ ਜੁੜ ਜਾਵੇ। ਤੇ ਪਰ ਇਹ ਜਿਹੜਾ ਕਾਰਜ ਹੈ ਹਜ਼ੂਰ ਆਖਦੇ ਬੜਾ ਔਖਾ ਹੈ। ਇੱਕ ਅਸੀਂ ਪਾਵਨ ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਬੇਸੁਰਤ। ਜਿਹਨੂੰ ਕਿਸੇ ਚੀਜ਼ ਦੀ ਸੋਝੀ ਨਾ ਹੋਵੇ, ਅਸੀਂ ਉਹਨੂੰ ਆਖ ਦਿੰਦੇ ਹਾਂ ਵੀ ਇਹ ਤੇ ਬੇਸਮਝ ਹੈ, ਬੇਸੁਰਤ ਹੈ।
ਇਹ ਸੁਰਤ ਕਰਕੇ ਕੋਈ ਕਾਰਜ ਨਹੀਂ ਕਰਦਾ। ਇਹਦੀ ਜਿਹੜੀ ਸੁਰਤੀ ਹੈ ਉਹ ਕਿਤੇ ਹੋਰ ਹੈ, ਬੈਠਾ ਗੁਰੂ ਦੀ ਸ਼ਰਨ ਦੇ ਵਿੱਚ ਹੈ, ਬਾਣੀ ਨੂੰ ਪੜ੍ਹਦੇ ਹੈ, ਪਰ ਜਿਹੜੀ ਸੁਰਤੀ ਹੈ ਉਹ ਕਿਤੇ ਹੋਰ ਪਾਸੇ ਉਡਾਰੀਆਂ ਮਾਰਦੀ ਪਈ ਹੈ, ਵੀ ਬੇਸੁਰਤਾ ਹੋ ਕੇ ਬੈਠਾ ਹੈ। ਇਹਨੂੰ ਗੁਰੂ ਜੋ ਸਮਝਾ ਰਹੇ ਹੈ, ਗੁਰੂ ਦੀ ਜਿਹੜੀ ਗੱਲ ਸਮਝਾਈ ਜਾ ਰਹੀ ਹੈ, ਉਸ ਨੂੰ ਸਮਝਣ ਦਾ ਯਤਨ ਨਹੀਂ ਕਰਦਾ। ਤੇ ਹਜ਼ੂਰ ਆਖਦੇ ਇਹੋ ਜਿਹਾ ਮਨੁੱਖ ਹੈ ਜਿਹੜਾ, ਉਹਨੂੰ ਸੰਸਾਰ ਦੇ ਅੰਦਰ ਫਿਰ ਲੋਕੀ ਪਾਗਲ ਆਖਦੇ ਨੇ, ਜਿਹੜਾ ਕਿਸੇ ਦੀ ਗੱਲ ਨੂੰ ਸਮਝੇ ਨਾ, ਜਿਹੜਾ ਕਿਸੇ ਗੱਲ ਨੂੰ ਸਮਝੇ ਨਾ, ਆਪਣੀ ਮਨ ਮਰਜ਼ੀ ਕਰੇ। ਅਸੀਂ ਅਕਸਰ ਵੇਖਦੇ ਹਾਂ ਵੀ ਜਿਹੜਾ ਪਾਗਲ ਹੁੰਦਾ ਹੈ ਉਹ ਕੀ ਕਰਦਾ, ਸੜਕਾਂ ਦੇ ਉੱਤੇ ਤੁਰਿਆ ਫਿਰਦਾ, ਸੜਕਾਂ ਤੋਂ ਕਾਗਜ਼ ਇਕੱਠੇ ਕਰਦਾ, ਕੱਚ ਚੁਗਦਾ, ਤੇ ਕਦੇ ਇੰਜ ਕਰਦਾ ਘਾਹ ਦਾ ਕੋਈ ਤੀਲਾ ਚੁੱਕ ਕੇ ਸਿਰ ਦੇ ਉੱਤੇ ਲਾ ਕੇ ਆਖੇਗਾ ਵੀ ਮੈਂ ਕਲਗੀ ਲਾਈ ਹੈ, ਕਦੇ ਪੱਥਰ ਦੇ ਉੱਤੇ ਬੈਠ ਕੇ ਆਖੇਗਾ ਵੀ ਮੈਂ ਹੁਣ ਸਿੰਘਾਸਣ ਦੇ ਉੱਪਰ ਬੈਠਾ, ਕਿਉਂਕਿ ਉਹ ਪਾਗਲ ਮਨੁੱਖੇ ਦੀ ਸੁਰਤੀ ਹੈ ਜਿਹੜੀ ਉਹ ਕਾਰਜ ਨਹੀਂ ਕਰ ਰਹੀ। ਉਹ ਆਪਣੇ ਹਿਸਾਬ ਦੇ ਨਾਲ ਜਿਹੜੇ ਖਿਆਲ ਹਨ ਉਹਨਾਂ ਨੂੰ ਬਣਾਉਂਦਾ ਹੈ, ਖਿਆਲਾਂ ਦੇ ਜਿਹੜੇ ਮਹਿਲ ਹਨ ਉਹਨਾਂ ਨੂੰ ਉਸਾਰਦਾ ਹੈ। ਤੇ ਇਸ ਤਰ੍ਹਾਂ ਹੀ ਹਜ਼ੂਰ ਆਖਦੀ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਕਾਰਜ ਕੀ ਕਰ ਰਿਹਾ ਹੈ, ਕਿਵੇਂ ਦਾ ਉਹ ਕਾਰਜ ਕਰ ਰਿਹਾ ਹੈ, ਤੇ ਉਹਨੂੰ ਉਹ ਜਿਹੜਾ ਹੈ ਉਹ ਇੱਕ ਸੁਪਨਾ ਸਮਝ ਕੇ ਬੜਾ ਉੱਚਾ ਦਰਜਾ ਦੇ ਕੇ ਬੈਠਾ ਵੀ ਮੈਂ ਤੇ ਰਾਜਾ ਹਾਂ, ਮੈਂ ਤੇ ਸਿੰਘਾਸਣ ਤੇ ਬੈਠਾ, ਮੈਂ ਤੇ ਕਲਗੀ ਲਾਈ ਹੈ। ਤੇ ਹਜ਼ੂਰ ਆਖਦੀ ਫਿਰ ਇਹੋ ਜਿਹੇ ਮਨੁੱਖ ਵੀ ਸੰਸਾਰ ਦੇ ਅੰਦਰ ਹਨ ਜਿਹੜੇ ਬੇਸੁਰਤੇ ਹੋ ਕੇ ਸੰਸਾਰ ਦੇ ਵਿੱਚ ਕਾਰ ਵਿਹਾਰ ਕਰ ਰਹੇ ਨੇ। ਉਹ ਮਾਨੋ ਉਸ ਪਾਗਲ ਵਾਂਗੂ ਆਪਣਾ ਜੀਵਨ ਬਸਰ ਕਰ ਰਹੇ ਨੇ, ਜਿਨ੍ਹਾਂ ਨੂੰ ਸੱਚ ਤੇ ਝੂਠ ਦਾ ਪਤਾ ਹੀ ਨਹੀਂ, ਜਿਹੜੇ ਉਸ ਪਰਮਾਤਮਾ ਦੇ ਨਾਲੋਂ ਟੁੱਟੇ ਹੋਏ ਨੇ, ਜਿਹੜੇ ਸਿਰਫ ਮਾਇਆ ਇਕੱਠੀ ਕਰਨ ਦੇ ਵਿੱਚ ਲੱਗੇ ਹੋਏ ਨੇ, ਸੰਸਾਰ ਦੀ ਮੋਹ ਮਾਇਆ ਦੇ ਵਿੱਚ ਹੀ ਫਸੇ ਹੋਏ ਨੇ। ਤੇ ਹਜ਼ੂਰ ਉਹਨਾਂ ਦੇ ਪਰਥਾਏ ਆਖਦੇ ਨੇ ਕਾਚ ਬਿਹਾਜਨ ਕੰਚਨ ਛਾਡਣ, ਜਿਹੜੇ ਬੇਸੁਰਤੇ ਹਨ ਕੱਚ ਨੂੰ ਇਕੱਠਾ ਕਰ ਰਹੇ ਨੇ, ਤੇ ਜਿਹੜਾ ਕੰਚਨ ਹੈ ਸੋਨਾ ਹੈ, ਜਿਹੜਾ ਸੋਨੇ ਵਰਗਾ ਹੈ, ਉਸ ਨੂੰ ਗਵਾ ਰਹੇ ਨੇ। ਇਹ ਕੀਮਤੀ ਸਮਾਂ ਹੈ ਜਿਹੜਾ ਇਹ ਬੀਤਦਾ ਜਾ ਰਿਹਾ ਹੈ, ਹਜ਼ੂਰ ਆਖਦੇ। ਤੇ ਹਜ਼ੂਰ ਆਖਦੇ ਨੇ ਫਿਰ ਇਹ ਮੇਰੇ ਮਨਾ ਤੂੰ ਕਾਹਦੇ ਵਾਸਤੇ ਰੌਲਾ ਪਾਉਂਦਾ ਪਿਆ ਹੈ, ਕਾਹਦੇ ਵਾਸਤੇ ਤੂੰ ਤਮਾਂ ਦੇ ਵਿੱਚ ਫਸਿਆ ਹੋਇਆ ਹੈ। ਜਦੋਂ ਤੈਨੂੰ ਇਸ ਮਨ ਨੂੰ ਸਥਿਰ ਕਰਨ ਦੇ ਵਾਸਤੇ ਗੁਰੂ ਸਮਝਾ ਰਹੇ ਨੇ, ਫਿਰ ਕਿਉਂ ਨਹੀਂ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾਂਦਾ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਹੀ ਮੇਰੇ ਮੂਰਖ ਮਨਾ, ਕਿਉਂ ਤੂੰ ਬਿਲਲਾਪ ਕਰ ਰਹੀ ਹੈ, ਕਿਉਂ ਤੂੰ ਵਿਰਲਾਪ ਕਰਨੀ ਹੈ, ਜਦੋਂ ਤੈਨੂੰ ਉਸ ਪਰਮਾਤਮਾ ਦੇ ਦੁਆਰਾ ਸਮਝਾਇਆ ਜਾ ਰਿਹਾ ਹੈ ਕਿ ਜਿਹੜਾ ਸੱਚ ਹੈ ਉਹ ਪਰਮਾਤਮਾ ਦਾ ਨਾਮ ਹੈ, ਤੇ ਜਿਹੜਾ ਝੂਠ ਹੈ ਉਹ ਸੰਸਾਰਿਕ ਮਾਇਆ ਮੋਹ ਹੈ, ਕੱਚ ਹੈ ਜਿਹੜਾ ਉਹ ਸੰਸਾਰ ਦੀ ਮੋਹ ਮਾਇਆ ਹੈ, ਤੂੰ ਇਹਦੇ ਵਿੱਚ ਫਸਿਆ ਹੋਇਆ। ਤੇ ਹਜ਼ੂਰ ਆਖਦੇ ਜਦੋਂ ਇਹ ਗੱਲ ਸਮਝਾਈ ਜਾਂਦੀ ਹੈ ਤੇ ਜਿਹੜਾ ਪਾਗਲ ਬੰਦਾ ਹੋਵੇ ਨਾ, ਉਹ ਇਵੇਂ ਕਰਦਾ ਵੀ ਕਈ ਵਾਰੀ ਰਸਤੇ ਦੇ ਵਿੱਚ ਖੜਾ ਹੋ ਜਾਵੇਗਾ, ਕੋਈ ਗੱਡੀ ਤੇ ਆ ਰਿਹਾ ਹੈ, ਉਹ ਕਿੰਨੇ ਮਰਜ਼ੀ ਹਾਰਨ ਮਾਰੀ ਜਾਵੇ, ਉਹ ਰਸਤੇ ਦੇ ਵਿੱਚੋਂ ਪਾਸੇ ਨਹੀਂ ਹਟਦਾ। ਤੇ ਜਦੋਂ ਕਿਤੇ ਬੰਦਾ ਉਤਰ ਕੇ ਉਹਨੂੰ ਕਹਿੰਦਾ, ਬਾਂਹ ਤੋਂ ਫੜ ਕੇ ਹਿਲਾਉਣਾ ਦਿੰਦਾ ਵੀ ਤੂੰ ਵਿਚਾਲੇ ਹੋ ਕੇ ਖੜੇ ਸੜਕ ਦੇ ਵੀ ਸਾਈਡ ਤੇ ਹੋ ਜਾ, ਤੇ ਅੱਗੋਂ ਕਈ ਵਾਰੀ ਉਹਨੂੰ ਟੁੱਟ ਕੇ ਪੈ ਜਾਂਦਾ। ਕਿਉਂਕਿ ਪਾਗਲ ਹੈ, ਉਹਨੂੰ ਦਿਮਾਗ ਹੈ ਜਿਹੜਾ ਉਹਦਾ ਉਹ ਕਾਰਜ ਨਹੀਂ ਕਰ ਰਹੀ, ਉਹਦੀ ਸੁਰਤੀ ਹੈ ਜਿਹੜੀ ਉਹ ਕਾਰਜ ਨਹੀਂ ਕਰ ਰਹੀ। ਉਸੇ ਤਰ੍ਹਾਂ ਹਜ਼ੂਰ ਆਖਦੇ ਸੰਸਾਰ ਦੇ ਵਿੱਚ ਵੀ ਅਜਿਹੇ ਮਨੁੱਖ ਪਾਏ ਜਾਂਦੇ ਨੇ ਜਿਨ੍ਹਾਂ ਨੂੰ ਰੱਬ ਦੇ ਨਾਮ ਦੇ ਬਾਰੇ ਦੱਸੀਏ ਤਾਂ ਉਹ ਅੱਗੋਂ ਆਖ ਦਿੰਦੇ ਨੇ ਤੂੰ ਵੱਡਾ ਧਰਮੀ ਹੈ, ਤੂੰ ਗੁਰਦੁਆਰੇ ਜਾ, ਤੂੰ ਰੱਬ ਦੀ ਭਗਤੀ ਕਰ, ਅਸੀਂ ਖੁਸ਼ ਹਾਂ, ਸਾਨੂੰ ਕੁਝ ਨਹੀਂ ਚਾਹੀਦਾ। ਹਜ਼ੂਰ ਨੇ ਉਹਨਾਂ ਦੇ ਪਰਥਾਏ ਆਖਿਆ ਵੀ ਜਦੋਂ ਰੱਬ ਦਾ ਨਾਮ ਕੰਨਾਂ ਦੇ ਵਿੱਚ ਪੈਂਦਾ, ਅਜਿਹੇ ਮਨੁੱਖ ਵੀ ਨੇ। ਕਦੇ ਸੋਚਣ ਦਾ ਯਤਨ ਕਰੀਏ, ਦਸ ਪਿੱਛੇ ਜਿੱਥੇ ਡਿਊਟੀ ਕਰਦਾ ਸੀ ਤੇ ਉੱਥੇ ਜਿਹੜਾ ਗੁਰਦੁਆਰਾ ਸਾਹਿਬ ਜੀ ਦੇ ਸਾਹਮਣੇ ਇੱਕ ਘਰ ਸੀ, ਉਹ ਬੰਦਾ ਇਹੋ ਜਿਹਾ ਸੀ ਜਦੋਂ ਸਵੇਰੇ ਸਤਿਗੁਰਾਂ ਜੀ ਦੇ ਪ੍ਰਕਾਸ਼ ਹੋਣੇ, ਹੁਕਮ ਲੈਣਾ, ਤੇ ਉਹਨੇ ਘਰੋਂ ਸੁੱਤੇ ਨੇ ਉੱਠ ਕੇ ਆ ਜਾਣਾ, ਆ ਕੇ ਮਾਈਕ ਦੀਆਂ ਲੀਡਾਂ ਪੁੱਟ ਦੇਣੀਆਂ, ਮਾਈਕ ਜਿਹੜੇ ਬੰਦ ਕਰ ਦੇਣੇ ਕਿ ਮੇਰੇ ਘਰ ਵੱਲ ਨੂੰ ਕਰਕੇ ਤੁਸੀਂ, ਮੇਰੇ ਕੰਨਾਂ ਦੇ ਵਿੱਚ ਵੱਜਦੇ, ਤੁਸੀਂ ਮੇਰੇ ਘਰ ਵੱਲ ਨੂੰ ਕਰਕੇ ਸਪੀਕਰ ਚਲਾਉਂਦੇ।
ਤੇ ਹਜੂਰ ਆਖਦੇ ਵੀ ਅਜਿਹੇ ਮਨੁੱਖ ਵੀ ਨੇ ਜਿਨ੍ਹਾਂ ਨੂੰ ਰੱਬ ਦਾ ਨਾਮ ਕੰਨਾਂ ਦੇ ਦੁਆਰਾ ਸੁਣਨਾ ਚੰਗਾ ਨਹੀਂ ਲੱਗਦਾ। ਹਜੂਰ ਆਖਦੇ ਨੇ ਨਾਮ ਸੁਣਤ ਜਨ ਬਿਛੂ ਡਸਾਨਾ, ਵੀ ਰੱਬ ਦਾ ਨਾਮ ਸੁਣ ਲਿਆ ਮਨ ਨੂੰ ਇੰਜ ਲੱਗਾ ਵੀ ਉਹਨਾਂ ਨੂੰ ਬਿੱਛੂ ਨੇ ਡੰਗ ਮਾਰ ਦਿੱਤਾ। ਇਹੋ ਜਿਹਾ ਜੀਵਨ ਲੈ ਕੇ ਵੀ ਸੰਸਾਰ ਦੇ ਵਿੱਚ ਕੁਝ ਮਨੁੱਖ ਜਿਹੜੇ ਉਹ ਵਿਚਰ ਰਹੇ ਨੇ। ਹਜੂਰ ਆਖਦੇ ਇਸ ਕਰਕੇ ਹਜੂਰ ਆਖਦੇ ਨੇ ਜੇ ਸੁਰਤੀ ਕੋਲ ਹੈ, ਚੰਗੀ ਸੁਰਤ ਦੇ ਨਾਲ ਜਿਨ੍ਹਾਂ ਨੇ ਰੱਬ ਨੂੰ ਚੇਤੇ ਕੀਤਾ, ਹਜੂਰ ਆਖਦੇ ਉਹਨਾਂ ਦੀ ਸੁਰਤੀ ਹੀ ਨਹੀਂ, ਉਹਨਾਂ ਦਾ ਮਨ ਹੀ ਨਹੀਂ, ਉਹਨਾਂ ਦੀ ਬੁੱਧ ਵੀ ਉੱਚੀ ਹੋ ਜਾਂਦੀ ਹੈ। ਮੰਨੈ ਸੁਰਤ ਹੋਵੇ ਮਨ ਬੁੱਧੋ, ਬੇਸੁਰਤ ਤੋਂ ਚੰਗੀ ਸੁਰਤੀ ਵਾਲੇ ਹੋ ਜਾਂਦੇ ਨੇ। ਉਹਨਾਂ ਦੀ ਲਗਨ ਉਸ ਪਰਮਾਤਮਾ ਦੇ ਨਾਲ ਲੱਗ ਜਾਂਦੀ ਹੈ ਤੇ ਜਿਹੜੀ ਸੁਰਤੀ ਹੈ ਉਹ ਉੱਚੀ ਹੋ ਜਾਂਦੀ ਹੈ। ਚੰਗੀ ਬੁੱਧ ਹੈ ਜਿਹੜੀ ਵਿਵੇਕੀ ਬੁੱਧ ਦੇ ਨਾਲ ਉਹ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦੇ ਨੇ। ਮੰਨੈ ਸਗਲ ਭਵਨ ਕੀ ਸੁਧ, ਤੇ ਹਜੂਰ ਆਖਦੇ ਕਿ ਮੰਨਣ ਦੇ ਨਾਲ ਸਗਲ ਭਵਨ, ਜਿੰਨਾ ਵੀ ਭਵਨ ਹੈ, ਸਗਲ ਹੈ, ਸਗਲ ਦਾ ਅਰਥ ਹੈ ਸਾਰਾ, ਭਵਨ ਦਾ ਅਰਥ ਹੈ ਜਿੰਨੀ ਵੀ ਸ੍ਰਿਸ਼ਟੀ ਹੈ, ਕੀ ਸੁਧ ਉਹਦੇ ਬਾਰੇ ਗਿਆਨ ਹਾਸਲ ਹੋ ਜਾਂਦਾ। ਜਿਹਨੇ ਗੁਰੂ ਦੀ ਗੱਲ ਨੂੰ ਮੰਨ ਲਿਆ, ਜਿਹਨੇ ਆਪਣੀ ਗੁਰੂ ਦੀ ਗੱਲ ਨੂੰ ਸੱਤ ਕਰਕੇ ਜਾਣ ਲਿਆ, ਫਿਰ ਜੋ ਗੁਰੂ ਆਖਦੇ ਉਹ ਉਹਨੂੰ ਸੱਚ ਪ੍ਰਤੀਤ ਹੁੰਦਾ ਹੈ। ਜਿਵੇਂ ਸਮਝਣ ਦਾ ਯਤਨ ਕਰੀਏ, ਕਲਾਸ ਦੇ ਵਿੱਚ ਟੀਚਰ ਪੜ੍ਹਾਉਂਦਾ, ਸੂਰਜ ਦੇ ਬਾਰੇ ਗਿਆਨ ਕਰਾਉਂਦਾ, ਸਾਨੂੰ ਘੰਟਿਆਂ ਦੇ ਬੱਦੀ ਦੱਸਿਆ ਜਾਂਦਾ ਵੀ ਜੀਵਨ ਦੇ ਵਿੱਚ 24 ਘੰਟੇ ਹੁੰਦੇ ਨੇ, ਦਿਨ ਤੇ ਰਾਤ ਦੇ ਵਿੱਚ, ਉਹਦੇ ਵਿੱਚ 1440 ਮਿੰਟ ਹੁੰਦੇ ਨੇ, ਇੰਨੇ ਉਹਦੇ ਵਿੱਚ ਸਕਿੰਟ ਹੁੰਦੇ ਨੇ, ਉਹਨਾਂ ਦੇ ਬਾਰੇ ਦੱਸਿਆ ਜਾਂਦਾ। ਧਰਤੀ ਤੋਂ ਸੂਰਜ ਦੀ ਦੂਰੀ ਇੰਨੀ ਹੈ। ਸਟੂਡੈਂਟ ਨੂੰ ਪੜ੍ਹਾਇਆ ਜਾਂਦਾ, ਵਿਦਿਆਰਥੀ ਨੂੰ ਪੜ੍ਹਾਇਆ ਜਾਂਦਾ ਤੇ ਵਿਦਿਆਰਥੀ ਟੀਚਰ ਦੀ ਆਖੀ ਹੋਈ ਗੱਲ ਨੂੰ ਮੰਨ ਲੈਂਦਾ। ਉਹ ਫਿਰ ਜਦੋਂ ਅੱਗੇ ਵਿਚਰਦਾ, ਅੱਗੇ ਆਪਣੇ ਸਾਥੀਆਂ ਨੂੰ ਦੱਸਦਾ ਵੀ ਸੂਰਜ ਦੀ ਦੂਰੀ ਧਰਤੀ ਤੋਂ ਇੰਨੀ ਹੈ। ਹੁਣ ਸਾਹਮਣੇ ਵਾਲਾ ਉਹਨੂੰ ਪੁੱਛੇ ਵੀ ਤੂੰ ਕਿਤੇ ਜਾ ਕੇ ਨਾਪੀਏ, ਤੇਰੇ ਕੋਲ ਕੋਈ ਥਰਮਾਮੀਟਰ ਹੈ, ਪੈਰਾਮੀਟਰ ਹੈ, ਵੀ ਜਿਹਦੇ ਨਾਲ ਤੂੰ ਧਰਤੀ ਤੋਂ ਸੂਰਜ ਦੀ ਦੂਰੀ ਹੈ ਜਿਹੜੀ ਨਾਪ ਕੇ? ਨਹੀਂ, ਉਹ ਆਖੇਗਾ ਮੈਂ ਮੇਰੇ ਗੁਰੂ ਦੀ ਗੱਲ ਮੰਨੀ ਹੈ, ਮੈਨੂੰ ਮੇਰੇ ਟੀਚਰ ਨੇ ਪੜ੍ਹਾਇਆ ਤੇ ਜਿਹੜਾ ਉਹਨੇ ਪੜ੍ਹਾਇਆ ਉਹ ਸੱਚ ਹੈ। ਇਸ ਕਰਕੇ ਮੈਂ ਦੱਸ ਰਿਹਾ ਵੀ ਧਰਤੀ ਤੋਂ ਜਿਹੜੀ ਸੂਰਜ ਦੀ ਦੂਰੀ ਇੰਨੀ ਹੈ। ਕੋਈ ਬੰਦਾ ਆਖੇ ਵੀ ਫਲਾਣੇ ਖਿੱਤੇ ਦੇ ਵਿੱਚ ਉੱਥੋਂ ਦਾ ਜਿਹੜਾ ਮੌਸਮ ਹੈ ਉਹ ਠੰਡਾ ਹੈ ਜਾਂ ਉੱਥੋਂ ਦਾ ਮੌਸਮ ਗਰਮ ਹੈ, ਉੱਥੇ ਬਾਰਿਸ਼ ਜ਼ਿਆਦਾ ਹੁੰਦੀ ਹੈ, ਉੱਥੇ ਫਲਾਣੀ ਫਸਲ ਬੀਜੀ ਜਾਂਦੀ ਹੈ, ਤੇ ਫਿਰ ਸਵਾਲ ਦਾ ਜਵਾਬ ਅੱਗੋਂ ਆਵੇ ਵੀ ਤੂੰ ਉੱਥੇ ਜਾ ਕੇ ਵੇਖ ਕੇ ਆਇਆ, ਤੂੰ ਉਹ ਚੀਜ਼ਾਂ ਮਾਪ ਕੇ ਆਏ, ਉਹ ਫਿਰ ਆਖੇਗਾ ਵੀ ਮੈਨੂੰ ਮੇਰੇ ਟੀਚਰ ਨੇ ਪੜ੍ਹਾਇਆ ਹੈ, ਮੈਂ ਆਪਣੇ ਟੀਚਰ ਦੀ ਗੱਲ ਨੂੰ ਪੱਲੇ ਦੇ ਨਾਲ ਬੰਨਿਆ, ਜਿਵੇਂ ਮੇਰੇ ਟੀਚਰ ਨੇ ਪੜ੍ਹਾਇਆ ਉਹਨੇ ਮੈਨੂੰ ਸੱਚ ਪੜ੍ਹਾਇਆ। ਇਸ ਕਰਕੇ ਮੈਂ ਇਹ ਉਦਾਹਰਨ ਦੇ ਰਿਹਾ, ਮੈਂ ਇਹ ਗੱਲ ਦੱਸ ਰਿਹਾ। ਉਸੇ ਤਰ੍ਹਾਂ ਹਜੂਰ ਆਖਦੇ ਜਿਹਨੇ ਗੁਰੂ ਦੀ ਗੱਲ ਨੂੰ ਮੰਨ ਲਿਆ, ਮੰਨਣ ਦੇ ਨਾਲ ਉਹਦੀ ਜਿਹੜੀ ਸੁਰਤ ਹੈ ਉਹ ਜਾਗ ਜਾਂਦੀ ਹੈ, ਮਨ ਹੈ ਜਿਹੜਾ ਸੁੱਤਾ ਹੋਇਆ ਉਹ ਜਾਗ ਜਾਂਦਾ ਹੈ ਤੇ ਉਹਨੂੰ ਜੋ ਪੜ੍ਹਾਇਆ ਜਾਂਦਾ, ਜੋ ਗੁਰੂ ਉਪਦੇਸ਼ ਦ੍ਰਿੜ ਕਰਾਉਂਦਾ ਹੈ, ਮੰਨੇ ਸਗਲ ਭਵਨ ਕੀ ਸੁਧ, ਨੂੰ ਸਾਰੇ ਭਵਨ ਦੀ, ਸਗਲ ਭਵਨ ਜਿਤਨਾ ਵੀ ਭਵਨ ਹੈ, ਸੰਸਾਰ ਹੈ, ਉਹਦੀ ਜਿਹੜੀ ਸੁਧ ਹੈ ਉਹ ਗਿਆਤਾ ਹੋ ਜਾਂਦਾ ਹੈ ਉਹਦੇ ਬਾਰੇ। ਕਿਉਂ? ਕਿਉਂਕਿ ਉਹਨੇ ਗੁਰੂ ਦੀ ਗੱਲ ਨੂੰ ਮੰਨ ਲਿਆ, ਕਿਉਂਕਿ ਗੁਰੂ ਨੇ ਜੋ ਉਪਦੇਸ਼ ਦਿੱਤਾ ਹੈ ਉਹਨੂੰ ਮੰਨ ਲਿਆ, ਜੀਵਨ ਦੇ ਵਿੱਚ ਧਾਰ ਲਿਆ। ਤੇ ਹਜੂਰ ਇਹੀ ਸਮਝਾਉਣ ਦਾ ਯਤਨ ਕਰਦੇ ਨੇ ਅਗਲੀ ਪਾਵਨ ਪੰਕਤੀ ਦੇ ਅੰਦਰ, ਮੰਨੇ ਮੂੰਹ ਚੋਟਾਂ ਨਾ ਖਾਹੇ, ਮੰਨੇ ਮੂੰਹ ਚੋਟਾਂ ਨਾ ਖਾਏ। ਜਿਹੜਾ ਗੁਰੂ ਦੀ ਗੱਲ ਨੂੰ ਮੰਨ ਲੈਂਦਾ ਉਹ ਮੁੱਖ ਦੇ ਉੱਤੇ, ਆਪਣੇ ਮੁੱਖ ਦੇ ਉੱਤੇ, ਜਿਵੇਂ ਸੂਰਮੇ ਲੜਾਈ ਕਰਦੇ ਨੇ ਤੇ ਜਦੋਂ ਉਹ ਲੜਾਈ ਕਰਦੇ ਨੇ ਤੇ ਆਮੋ ਸਾਹਮਣੇ ਜਦੋਂ ਲੜਾਈ ਹੁੰਦੀ ਹੈ ਤੇ ਇੱਕ ਦੂਜੇ ਦੇ ਸਰੀਰ ਦੇ ਉੱਤੇ ਫੱਟ ਵੱਜਦੇ ਨੇ। ਹੁਣ ਗੁਰੂ ਦੇ ਕੋਲੋਂ ਪੁੱਛੀਏ ਵੀ ਇੱਥੇ ਤੇ ਸੂਰਮਿਆਂ ਦੀ ਗੱਲ ਹੀ ਨਹੀਂ ਹੋ ਰਹੀ, ਇੱਥੇ ਤੇ ਮੰਨਣ ਦੀ ਗੱਲ ਹੋ ਰਹੀ ਹੈ, ਤੇ ਮੰਨਣ ਦੇ ਨਾਲ ਮੂੰਹ ਦੇ ਉੱਤੇ ਚੋਟਾਂ ਕਿਵੇਂ ਨਹੀਂ ਪੈਂਦੀਆਂ? ਹਜੂਰ ਬੜੀ ਸੋਹਣੀ ਉਦਾਹਰਨ ਦਿੰਦਿਆਂ ਸਮਝਾਉਂਦੇ ਨੇ ਕਿ ਵੇਖੋ, ਕਿਤੇ ਪੁਲਿਸ ਦਾ ਨਾਕਾ ਲੱਗਾ ਹੈ ਤੇ ਪੁਲਿਸੀਆ ਹੱਥ ਦੇ ਵਿੱਚ ਡੰਡਾ ਲੈ ਕੇ ਖੜਾ। ਹੁਣ ਜਿਹੜਾ ਮਨੁੱਖ ਕੋਈ ਜੀਵਨ ਦੇ ਵਿੱਚ ਉਹਨੇ ਗੁਨਾਹ ਨਹੀਂ ਕੀਤਾ, ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ, ਉਹ ਸਾਹਮਣਿਓਂ ਪੁਲਿਸ ਦੇ ਨਾਲ ਅੱਖਾਂ ਮਿਲਾ ਕੇ ਲੰਘ ਜਾਵੇਗਾ। ਕਿਉਂ? ਕਿਉਂਕਿ ਉਹਨੇ ਕੋਈ ਗੁਨਾਹ ਹੀ ਨਹੀਂ ਕੀਤਾ, ਉਹਨੂੰ ਕਿਸੇ ਚੀਜ਼ ਦਾ ਡਰ ਹੀ ਨਹੀਂ। ਪਰ ਹਜੂਰ ਆਖਦੇ ਜਿਹੜਾ ਚੋਰ ਬੰਦਾ ਹੈ ਨਾ, ਉਹ ਪੁਲਿਸ ਦੇ ਕੋਲੋਂ ਦੂਰੋਂ ਹੋ ਕੇ ਲੰਘੇਗਾ, ਉਹਨੂੰ ਪਤਾ ਹੈ ਵੀ ਮੈਂ ਗੁਨਾਹਗਾਰ ਹਾਂ, ਮੈਂ ਕੋਈ ਪਾਪ ਕਮਾਇਆ ਹੈ, ਮੈਂ ਕੋਈ ਚੋਰੀ ਕੀਤੀ ਹੈ, ਤੇ ਉਹ ਦੂਰੋਂ ਹੋ ਕੇ ਲੰਘੇਗਾ।
ਵੀ ਮੈਨੂੰ ਕਿਤੇ ਪੁਲਿਸ ਫੜ ਨਾ ਲਵੇ, ਕਿਤੇ ਇਹ ਵਾਲਾ ਡੰਡਾ ਮੇਰੇ ਤੇ ਨਾ ਵੱਜ ਜਾਵੇ, ਮੰਨੇ ਮੂੰਹ ਚੋਟਾਂ ਨਾ ਖਾਏ, ਵੀ ਇਹ ਜਿਹੜੀਆਂ ਚੋਟਾਂ ਕਿਤੇ ਮੈਨੂੰ ਨਾ ਪੈ ਜਾਵਣ, ਕਿਤੇ ਮੇਰਾ ਇਹ ਪੁਲਿਸ ਦੇ ਵੱਲੋਂ ਕਟਾਪਾ ਨਾ ਹੋ ਜਾਵੇ। ਦੂਰੋਂ ਹੋ ਕੇ ਲੰਘਦੇ। ਦੂਸਰੀ ਉਦਾਹਰਨ ਦਿੰਦੇ ਹਜ਼ੂਰ ਆਖਦੇ ਵੀ ਕੋਈ ਟੀਚਰ ਪੜ੍ਹਾ ਰਿਹਾ ਹੈ, ਪੜ੍ਹਾਇਆ ਹੋਇਆ ਸਬਕ ਅਗਲੇ ਦਿਨ ਵਾਸਤੇ ਦਿੱਤਾ ਜਾਂਦਾ ਹੈ, ਆਖਦੇ ਵੀ ਕੱਲ੍ਹ ਨੂੰ ਇਹ ਸਾਰੇ ਜਣੇ ਯਾਦ ਕਰਕੇ ਆਇਓ, ਇਹ ਤੁਹਾਡਾ ਹੋਮਵਰਕ ਹੈ। ਹੁਣ ਜਿਹਨੇ ਤੂੰ ਹੋਮਵਰਕ ਕੀਤਾ, ਜਿਸ ਬੱਚੇ ਨੇ, ਉਹ ਜਦੋਂ ਸਕੂਲ ਦੇ ਵਿੱਚ ਐਂਟਰ ਹੁੰਦਾ ਹੈ, ਹਾਜ਼ਰੀ ਲੱਗਦੀ ਹੈ, ਤੇ ਸਾਹਮਣੇ ਖੜਾ ਹੋ ਕੇ ਸਭ ਤੋਂ ਪਹਿਲਾਂ ਸੋਚਦਾ ਵੀ ਟੀਚਰ ਕਿੱਥੇ ਹੈ, ਮੈਂ ਇਹਨੂੰ ਜਾ ਕੇ ਵਿਸ਼ ਕਰਾਂ, ਮੈਂ ਉਹਨੂੰ ਗੁੱਡ ਮਾਰਨਿੰਗ ਬੋਲਾਂ, ਉਹਨੂੰ ਨਮਸਤੇ ਬੋਲਾਂ। ਕਿਉਂ? ਕਿਉਂਕਿ ਉਹਨੂੰ ਡਰ ਨਹੀਂ, ਕਿਉਂਕਿ ਉਹਨੇ ਸਿਲੇਬਸ ਹੈ ਜਿਹੜਾ ਉਹਨੂੰ ਹੋਮਵਰਕ ਮਿਲਿਆ ਪੂਰਾ ਕਰਕੇ ਆਇਆ। ਤੇ ਜਿਹੜੇ ਬੱਚੇ ਨੇ ਹੋਮਵਰਕ ਨਹੀਂ ਕੀਤਾ, ਉਹ ਤੇ ਹੀ ਆਖੇਗਾ ਵੀ ਜਾਂ ਤੇ ਅੱਜ ਛੁੱਟੀ ਹੋ ਜਾਵੇ, ਜਾਂ ਫਿਰ ਅੱਜ ਟੀਚਰ ਹੀ ਕਲਾਸ ਦੇ ਵਿੱਚ ਨਾ ਆਵੇ। ਕਿਉਂ? ਕਿਉਂਕਿ ਉਹਨੂੰ ਡਰ ਹੈ ਵੀ ਅੱਜ ਚੋਟਾਂ ਪੈਣੀਆਂ ਨੇ, ਅੱਜ ਮੈਂ ਹੋਮਵਰਕ ਨਹੀਂ ਕਰਕੇ ਆਇਆ, ਅੱਜ ਮੈਂ ਜਿਹੜਾ ਸਿਲੇਬਸ ਹੈ ਆਪਣਾ ਉਹ ਯਾਦ ਨਹੀਂ ਕੀਤਾ, ਤੇ ਟੀਚਰ ਦੇ ਵੱਲੋਂ ਮੈਨੂੰ ਤਾੜਨਾ ਮਿਲਣੀ ਹੈ, ਤੇ ਇਸ ਕਰਕੇ ਮੈਂ ਚਾਹੁੰਦਾ ਵੀ ਮੈਨੂੰ ਕੋਈ ਤਾੜਨਾ ਨਾ ਮਿਲੇ। ਇੱਥੋਂ ਤੱਕ ਇਹ ਕਹਾਣੀਆਂ ਵੀ ਬਣ ਗਈਆਂ, ਅਸੀਂ ਅਕਸਰ ਛੋਟੇ ਹੁੰਦੇ ਹਾਂ ਸੁਣਦੇ ਆ ਰਹੇ ਹਾਂ, ਚੁਟਕਲੇ ਵੀ ਬਣ ਗਏ, ਕਹਾਣੀਆਂ ਵੀ ਬਣ ਗਈਆਂ ਵੀ ਕਿਸੇ ਸਕੂਲ ਨੂੰ ਅੱਗ ਲੱਗ ਗਈ, ਕੁਝ ਬੱਚੇ ਰੋ ਰਹੇ ਨੇ ਵੀ ਸਾਡਾ ਸਕੂਲ ਸੜ ਗਿਆ, ਸਾਡੀ ਪੜ੍ਹਾਈ ਕਿਵੇਂ ਹੋਏਗੀ। ਤੇ ਇੱਕ ਬੱਚਾ ਵੱਖਰਾ ਹੋ ਕੇ ਉਹਨਾਂ ਤੋਂ ਰੋ ਰਿਹਾ, ਕੋਈ ਤੇ ਗੱਲਾਂ ਕਰਦੇ ਪਏ ਨੇ, ਇੱਕ ਰੋ ਰਿਹਾ ਹੈ, ਦੂਸਰੇ ਜਿਹੜੇ ਨੇ ਉਹ ਆ ਕੇ ਆਖਦੇ ਨੇ ਵੀ ਇਹ ਕਹਿੰਦੇ ਪਏ ਨੇ ਵੀ ਸ਼ਾਇਦ ਸਕੂਲ ਸੜ ਗਏ, ਇਹਨਾਂ ਨੂੰ ਇਸ ਗੱਲ ਦਾ ਫਿਕਰ ਹੈ। ਤੇ ਲੱਗਦਾ ਸਾਰਿਆਂ ਤੋਂ ਜ਼ਿਆਦਾ ਫਿਕਰ ਆ ਜਿਹੜਾ ਵੱਖਰਾ ਹੋ ਕੇ ਰੋ ਰਿਹਾ ਹੈ, ਇਹਨੂੰ ਸੰਭਾਲਣ ਦੇ ਵਾਸਤੇ ਯਤਨ ਕਰਨਾ ਚਾਹੀਦਾ, ਜ਼ਿਆਦਾ ਰੋ ਰਿਹਾ। ਤੇ ਜਦੋਂ ਉਹਨੂੰ ਕੋਲ ਜਾ ਕੇ ਪੁੱਛਿਆ ਜਾਂਦਾ ਵੀ ਕੀ ਗੱਲ ਹੋਈ, ਤੂੰ ਬੜਾ ਰੋ ਰਿਹਾ, ਵੀ ਤੇਰਾ ਸਕੂਲ ਸੜ ਗਿਆ, ਕੋਈ ਗੱਲ ਨਹੀਂ ਸਕੂਲ ਨਵਾਂ ਬਣ ਜਾਏਗਾ। ਕਹਿੰਦੇ ਨਹੀਂ, ਮੈਂ ਇਸ ਗੱਲ ਕਰਕੇ ਨਹੀਂ ਰੋ ਰਿਹਾ ਵੀ ਸਕੂਲ ਨਵਾਂ ਬਣ ਜਾਏਗਾ, ਮੈਂ ਤੇ ਇਸ ਕਰਕੇ ਰੋ ਰਿਹਾ ਵੀ ਸਕੂਲ ਸੜ ਗਿਆ, ਸਾਡਾ ਮਾਸਟਰ ਬਚ ਗਿਆ। ਕਿਉਂ? ਕਿਉਂਕਿ ਉਹਨੇ ਅਗਲੇ ਦਿਨ ਫੇਰ ਆ ਕੇ ਮੈਨੂੰ ਪੜ੍ਹਾਉਣਾ ਹੈ, ਫੇਰ ਮੈਨੂੰ ਆ ਕੇ ਜਿਹੜਾ ਸਿਲੇਬਸ ਦੇਣਾ, ਤੇ ਮੇਰੇ ਤੋਂ ਯਾਦ ਨਹੀਂ ਹੋਣਾ, ਮੇਰੇ ਫੇਰ ਡੰਡੇ ਪੈਣੇ ਨੇ, ਮੰਨੇ ਮੂੰਹ ਚੋਟਾਂ ਨਾ ਖਾਏ। ਹਜ਼ੂਰ ਆਖਦੇ ਇਹੋ ਜਿਹੇ ਮਨੁੱਖ ਵੀ ਨੇ ਜਿਹੜੇ ਉਸ ਪਰਮਾਤਮਾ ਦੀ ਆਖੀ ਹੋਈ ਗੱਲ ਨੂੰ ਨਹੀਂ ਮੰਨਦੇ, ਤੇ ਫਿਰ ਜਦੋਂ ਜਮਾਂ ਦੇ ਨਾਲ ਸਾਹਮਣਾ ਹੁੰਦਾ ਫਿਰ ਉਸ ਵੇਲੇ ਘਬਰਾਉਂਦੇ ਨੇ, ਅੰਤਲੇ ਵੇਲੇ ਰੱਬ ਨੂੰ ਚੀਤੇ ਕਰਦੇ ਨੇ, ਫਿਰ ਉਸ ਵੇਲੇ ਸਰੀਰ ਸਾਥ ਨਹੀਂ ਦਿੰਦਾ, ਉਸ ਵੇਲੇ ਪਰਮਾਤਮਾ ਦਾ ਨਾਮ ਚੀਤੇ ਨਹੀਂ ਹੁੰਦਾ। ਹਜ਼ੂਰ ਆਖਦੇ ਇਸ ਕਰਕੇ ਫਿਰ ਉਹਨਾਂ ਨੂੰ ਜਮਾਂ ਦੀਆਂ ਚੋਟਾਂ ਪੈਂਦੀਆਂ। ਤੇ ਦੂਸਰੀ ਉਦਾਹਰਨ ਹਜ਼ੂਰ ਆਖਦੇ ਨੇ ਵੀ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਕਾਬੂ ਪਾਇਆ, ਉਹਨਾਂ ਦੀ ਉਦਾਹਰਨ ਵੀ ਸੰਸਾਰ ਦੇ ਵਿੱਚੋਂ ਮਿਲਦੀ ਹੈ। ਜੇ ਅਸੀਂ ਮੀਰ ਮਨੂੰ ਦੇ ਸਮੇਂ ਦੀ ਗੱਲ ਕਰੀਏ, ਮੀਰ ਮਨੂੰ ਦੀਆਂ ਜੇਲ੍ਹਾਂ ਦੇ ਵਿੱਚ ਖੰਨੀ ਖੰਨੀ ਰੋਟੀ ਖਾ ਕੇ, ਸਵਾ ਸਵਾ ਮਣ ਪੀਸਣੇ ਪੀ ਕੇ ਬੀਬੀਆਂ ਦੇ ਵੱਲੋਂ 2 ਵਕਤ ਦਾ ਉਸ ਪਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੈ। ਸਵੇਰ ਤੋਂ ਸ਼ਾਮ ਤੱਕ ਭੁੱਖੀਆਂ ਨੇ, ਬੱਚਿਆਂ ਨੂੰ ਵੀ ਆਪਣੇ ਜਿਹੜੇ ਸੀਨੇ ਦੇ ਨਾਲ ਲਾਇਆ ਹੈ, ਤੇ ਉਸ ਪਰਮਾਤਮਾ ਦਾ ਸ਼ਾਮ ਨੂੰ ਸ਼ੁਕਰਾਨਾ ਕਰਦੀਆਂ ਨੇ, ਤੇ ਮੁਖੋਂ ਇਹ ਲਫ਼ਜ਼ ਨਿਕਲਦੇ ਨੇ, 4 ਪਹਿਰ ਦਿਨ ਆਪ ਜੀ ਦੇ ਭਾਣੇ ਅੰਦਰ ਸੁੱਖਾਂ ਨਾ ਬਤੀਤ ਹੋਇਆ ਹੈ, 4 ਪਹਿਰ ਰਹਿਣ ਆਈ ਹੈ, ਸੁੱਖਾਂ ਨਾ ਬਤੀਤ ਹੋਵੇ। ਸੁੱਖ ਕਿੱਥੇ ਹੈ ਉੱਥੇ? ਮੀਰ ਮਨੂੰ ਦੇ ਬਾਰੇ ਕਹਾਵਤ ਸੀ ਕਿ ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ, ਜਿਉਂ ਜਿਉਂ ਮਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ। ਜਿਵੇਂ ਜਿਵੇਂ ਮਨੂੰ ਨੇ ਇਹੋ ਜਿਹੇ ਕਹਿੰਦੇ ਉਸ ਵੇਲੇ ਕਹਿਰ ਕਮਾਏ ਸਨ, ਬੱਚਿਆਂ ਤੱਕ ਨੂੰ ਨਹੀਂ ਸੀ ਬਖਸ਼ਿਆ, ਨਿੱਕੇ ਨਿੱਕੇ ਬੱਚਿਆਂ ਦੇ ਮਾਵਾਂ ਦੇ ਕਲੇਜਿਆਂ ਦੇ ਨਾਲੋਂ ਤੋੜ ਕੇ ਉਹਨਾਂ ਦੇ ਨਿੱਕੇ ਨਿੱਕੇ ਟੋਟੇ ਹਾਰ ਦੇ ਵਿੱਚ ਪਰੋ ਕੇ ਮਾਤਾਵਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਗਏ ਸਨ। ਇਹੋ ਜਿਹਾ ਸਮਾਂ ਵੀ ਸੀ, ਉਹ ਚੋਟਾਂ ਵੀ ਖਾਧੀਆਂ, ਪਰ ਉਹਨਾਂ ਨੂੰ ਉਸ ਪਰਮਾਤਮਾ ਦਾ ਜਿਹੜਾ ਭੈ ਸੀ, ਉਸ ਪਰਮਾਤਮਾ ਦੀ ਜਿਹੜੀ ਅਦਬ ਸੀ, ਉਹਦੇ ਵਿੱਚ ਲੱਗੀਆਂ ਹੋਈਆਂ, ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ, ਨਾਮ ਸਿਮਰਨ ਦੇ ਵਿੱਚ ਮਨ ਨੂੰ ਜੋੜਿਆ ਸੀ। ਇਹ ਚੋਟਾਂ ਉਹਨਾਂ ਦੇ ਹਿਰਦਿਆਂ ਦੇ ਉੱਤੇ ਨਹੀਂ ਲੱਗੀਆਂ, ਇਹਨਾਂ ਚੋਟਾਂ ਨੂੰ ਦਿਲਾਂ ਦੇ ਉੱਤੇ ਨਹੀਂ ਲਾਇਆ, ਤੇ ਇਹੀ ਸ਼ਬਦ ਮੁਖ ਤੋਂ ਉਚਾਰਨ ਕੀਤੇ ਕਿ 4 ਪਹਿਰ ਦਿਨ ਸੁੱਖਾਂ ਨਾ ਬਤੀਤ ਹੋਇਆ, 4 ਪਹਿਰ ਰਹਿਣ ਆਈਏ, ਸੁੱਖਾਂ ਨਾ ਬਤੀਤ ਹੋਵੇ। ਚੜ੍ਹਦੀ ਕਲਾ ਦਾ ਪ੍ਰਤੀਕ ਸਨ। ਹਜ਼ੂਰ ਇਹੀ ਸਮਝਾਉਂਦੇ ਨੇ ਵੀ ਅਗਲੀ ਪੰਕਤੀ ਦੇ ਅੰਦਰ ਹਜ਼ੂਰ ਸਮਝਾਉਂਦੇ ਨੇ, ਮੰਨੈ ਜਮ ਕੇ ਸਾਥ ਨਾ ਜਾਏ। ਜਿਨ੍ਹਾਂ ਨੇ ਮੰਨ ਲਿਆ ਉਹ ਜਮਾਂ ਦੇ ਨਾਲ ਨਹੀਂ ਜਾਂਦੇ।
ਹੁਣ ਅਸੀਂ ਵੇਖੀ ਵੀ ਸੰਸਾਰ ਦੇ ਵਿੱਚ ਜਿਉਂਦਾ ਤੇ ਕੋਈ ਰਹਿੰਦਾ ਹੀ ਨਹੀਂ ਹਮੇਸ਼ਾ ਦੇ ਵਾਸਤੇ। ਫਿਰ ਹਜ਼ੂਰ ਕਿਵੇਂ ਆਖਦੇ ਨੇ ਵੀ ਮੰਨੇ ਜਮ ਕੇ ਸਾਥ ਨਾ ਜਾਏ, ਵੀ ਮੰਨਣ ਦੇ ਨਾਲ ਜਮਾਂ ਦੇ ਸਾਥ ਕਿਉਂ ਨਹੀਂ ਜਾਈਦਾ। ਹਜ਼ੂਰ ਆਖਦੇ ਵੀ ਦੁਨਿਆਵੀ ਤੌਰ ਤੇ ਜਿਹੜਾ ਸਾਡਾ ਜਨਮ ਹੋਇਆ ਉਹ ਇੱਕ ਨਾ ਇੱਕ ਦਿਨ ਸਾਨੂੰ ਇਸ ਸੰਸਾਰ ਨੂੰ ਛੱਡ ਕੇ ਜਾਣਾ ਹੀ ਪੈਣਾ, ਪਰ ਆਤਮਿਕ ਤੌਰ ਤੇ ਜੇ ਹਜ਼ੂਰ ਸਮਝਾਉਣ ਦੀ ਗੱਲ ਕਰ ਰਹੇ ਨੇ ਕਿ ਮੰਨੇ ਜਮ ਕੇ ਸਾਥ ਨਾ ਜਾਏ, ਜਿਨ੍ਹਾਂ ਨੇ ਮੰਨ ਲਿਆ ਫਿਰ ਉਹਨਾਂ ਨੂੰ ਜਿਹੜੇ ਵਿਕਾਰ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਉਹਨਾਂ ਦੇ ਨਾਲ ਨਹੀਂ ਜਾਂਦੇ। ਜਦੋਂ ਜਮਾਂ ਦੀ ਮਾਰ ਪੈਣੀ ਹੈ, ਜਮਾਂ ਨੇ ਆ ਕੇ ਲੈ ਕੇ ਜਾਣਾ ਹੈ, ਫਿਰ ਉਹ ਉਜਲੇ ਮੁਖ ਵਾਲੇ ਹੋ ਕੇ ਜਾਂਦੇ ਨੇ। ਤੇ ਜਿਹੜੇ ਜਮ ਹਨ ਕਾਮ ਹੈ, ਕਿਉਂਕਿ ਕਾਮ ਨੇ ਉੱਥੇ ਜਾ ਕੇ ਕੀ ਕਰਨਾ, ਉਹਨੇ ਤੇ ਸੰਸਾਰ ਦੇ ਵਿੱਚ ਆਪਣਾ ਕਾਰਜ ਕਰਨਾ, ਲੋਭ ਨੇ ਸੰਸਾਰ ਦੇ ਵਿੱਚ ਆਪਣਾ ਕਾਰਜ ਕਰਨਾ, ਹੰਕਾਰ ਨੇ ਸੰਸਾਰ ਦੇ ਵਿੱਚ ਕਾਰਜ ਕਰਨੇ, ਉਹਨਾਂ ਨੇ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਕੀ ਕਰਨਾ। ਇਸ ਕਰਕੇ ਹਜ਼ੂਰ ਸਮਝਾਉਣ ਦਾ ਯਤਨ ਕਰਦੇ ਨੇ ਵੀ ਜਿਨ੍ਹਾਂ ਨੇ ਉਸ ਪਰਮਾਤਮਾ ਦੀ ਗੱਲ ਨੂੰ ਮੰਨ ਲਿਆ, ਉਸ ਪਰਮਾਤਮਾ ਨੂੰ ਹਿਰਦੇ ਦੇ ਵਿੱਚ ਵਸਾ ਲਿਆ, ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਵਰਗੇ ਹੋ ਗਏ। ਜਿਨ੍ਹਾਂ ਨੇ ਮੋਹ ਮਲ ਬਿਵਸ ਕੀਓ, ਕਾਮ ਗਹਿ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ। ਜਿਨ੍ਹਾਂ ਨੇ ਮੋਹ ਨੂੰ ਮਲ ਲਿਆ, ਮੋਹ ਨੂੰ ਮਲ ਕੇ ਉਹਨੂੰ ਆਪਣੇ ਵਸ ਦੇ ਵਿੱਚ ਕਰ ਲਿਆ, ਤੇ ਕਾਮ ਗਹਿ ਕੇਸ ਪਛਾੜਿਓ, ਤੇ ਕਾਮ ਨੂੰ ਵਾਲਾਂ ਤੋਂ ਫੜ ਲਿਆ, ਕੱਢ ਲਿਆ ਬਾਹਰ। ਕ੍ਰੋਧ ਖੰਡ ਪ੍ਰਚੰਡ ਕੀਓ, ਜਿਹੜਾ ਕ੍ਰੋਧ ਸੀ ਉਹਨੂੰ ਟੋਟੇ ਟੋਟੇ ਕਰਕੇ ਹਜ਼ੂਰ ਆਖਦੇ ਲੋਭ ਅਪਮਾਨ ਸਿਉ ਝਾੜਿਓ, ਤੇ ਲੋਭ ਨੂੰ ਹਿਰਦੇ ਦੇ ਵਿੱਚੋਂ ਅਪਮਾਨਿਤ ਕਰਕੇ ਉਹਨੂੰ ਬੇਇੱਜ਼ਤ ਕਰਕੇ ਬਾਹਰ ਕੱਢ ਦਿੱਤਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਹਜ਼ੂਰ ਆਖਦੇ। ਇਸ ਕਰਕੇ ਹਜ਼ੂਰ ਸਮਝਾਉਣ ਦਾ ਯਤਨ ਕਰਦੇ ਨੇ ਕਿ ਜਿਨ੍ਹਾਂ ਨੇ ਉਸ ਪਰਮਾਤਮਾ ਦੀ ਆਖੀ ਹੋਈ ਗੱਲ ਨੂੰ ਹਿਰਦੇ ਦੇ ਵਿੱਚ ਵਸਾ ਲਿਆ, ਉਹ ਫਿਰ ਜਮਾਂ ਦੇ ਨਾਲ ਨਹੀਂ ਜਾਂਦੇ। ਉਹਨਾਂ ਦੀ ਜਿਹੜੀ ਫਾਹੀ ਹੈ, ਖਲਾਸੀ ਹੈ, ਉਹ ਛੁੱਟ ਜਾਂਦੀ ਹੈ। ਉਹ ਪੰਜਾਂ ਵਿਕਾਰਾਂ ਦੇ ਵਿੱਚੋਂ ਮੁਕਤ ਹੋ ਜਾਂਦੇ ਨੇ, ਕਿਉਂਕਿ ਪੰਜਾਂ ਵਿਕਾਰਾਂ ਨੇ ਨਾਲ ਨਹੀਂ ਜਾਣਾ। ਇਸ ਕਰਕੇ ਹਜ਼ੂਰ ਆਖਦੇ ਵੀ ਜਿਨ੍ਹਾਂ ਨੇ ਇਸ ਗੱਲ ਨੂੰ ਮੰਨ ਕੇ ਜੀਵਨ ਦੇ ਵਿੱਚ ਧਾਰਨ ਕਰ ਲਿਆ ਕਿ ਪਰਮਾਤਮਾ ਨੇ ਜੋ ਆਖਿਆ ਉਹ ਸੱਚ ਹੈ, ਫਿਰ ਉਹ ਉਜਲੇ ਮੁਖ ਵਾਲੇ ਹੋ ਜਾਂਦੇ ਨੇ, ਤੇ ਉਸ ਪਰਮਾਤਮਾ ਦੀ ਦਰਬਾਰ ਦੇ ਵਿੱਚ, ਦਰਗਾਹ ਦੇ ਵਿੱਚ ਉਹਨਾਂ ਨੂੰ ਮਾਣ ਆਦਰ ਪ੍ਰਾਪਤ ਹੁੰਦਾ ਹੈ। ਤੇ ਹਜ਼ੂਰ ਆਖਦੇ ਨੇ ਵੀ ਮਾਨੋ ਇੰਜ ਹੈ ਵੀ ਜੇ ਕਿਤੇ ਅਸੀਂ ਬੱਸ ਦੇ ਵਿੱਚ ਸਫ਼ਰ ਕਰ ਰਹੇ ਹਾਂ ਤੇ ਬੱਸ ਦਾ ਜਿਹੜਾ ਡਰਾਈਵਰ ਹੈ ਉਹ ਕੱਚਾ ਨਿਕਲੇ, ਤੇ ਜਾਨ ਹੈ ਜਿਹੜੀ ਮੁੱਠੀ ਦੇ ਵਿੱਚ ਆਈ ਰਹਿੰਦੀ ਹੈ, ਜਾਂ ਕਿਤੇ ਉਹਨੇ ਸ਼ਰਾਬ ਪੀਤੀ ਹੋਵੇ, ਜਾਂ ਉਹ ਅਣਜਾਣ ਹੋਵੇ, ਤੇ ਡਰ ਲੱਗਿਆ ਰਹਿੰਦਾ ਵੀ ਕਿਤੇ ਇਹ ਗੱਡੀ ਕਿਸੇ ਦੇ ਵਿੱਚ ਮਾਰ ਨਾ ਦੇਵੇ, ਕਿਤੇ ਬੱਸ ਪਲਟਾ ਨਾ ਦੇਵੇ। ਅਣਜਾਣ ਵਿਅਕਤੀ ਦੇ ਹੱਥ ਦੇ ਵਿੱਚ ਅਸੀਂ ਬੱਸ ਦੀ ਜਿਹੜੀ ਡੋਰ ਹੈ ਉਹ ਨਹੀਂ ਫੜਾਉਂਦੇ। ਇਸੇ ਤਰ੍ਹਾਂ ਹਜ਼ੂਰ ਆਖਦੇ ਵੀ ਤੇਰਾ ਇਹ ਸਰੀਰ ਰੂਪੀ ਜਿਹੜੀ ਗੱਡੀ ਹੈ, ਇਹ ਜਿਹੜਾ ਮਨ ਹੈ, ਇਹਨੂੰ ਪੱਕਾ ਕਰ, ਇਹਨੂੰ ਅਣਜਾਣ ਨਾ ਰਹਿਣ ਦੇ। ਜੇ ਕਿਤੇ ਇਹ ਤੇਰਾ ਸਰੀਰ ਰੂਪੀ ਗੱਡੀ ਦਾ ਡਰਾਈਵਰ ਮਨ ਜਿਹੜਾ ਅਣਜਾਣ ਹੋ ਗਿਆ, ਇਹਨੇ ਤੇਰੀ ਸਰੀਰ ਰੂਪੀ ਗੱਡੀ ਹੈ ਜਿਹੜੀ ਕਿਤੇ ਨਾ ਕਿਤੇ ਡੋਬ ਦੇਣੀ ਹੈ, ਕਿਤੇ ਨਾ ਕਿਤੇ ਇਹਨੇ ਪਲਟਾ ਦੇਣੀ ਹੈ, ਕਿਤੇ ਨਾ ਕਿਤੇ ਤੂੰ ਧੋਖਾ ਖਾਏਂਗਾ। ਹਰ ਕਿਤੇ ਵੀ ਇਹ ਕਾਰਨ ਤੇਰੇ ਨਾਲ ਜਿਹੜੀ ਘਟਨਾ ਹੈ ਵਾਪਰ ਸਕਦੀ ਹੈ। ਇਸ ਕਰਕੇ ਆਪਣੇ ਮਨ ਨੂੰ ਪੱਕਾ ਕਰ, ਮਨ ਦੇ ਵਿੱਚ ਗੁਰੂ ਦੀ ਗੱਲ ਨੂੰ ਵਸਾ, ਤੇ ਜਦੋਂ ਮਨ ਦੇ ਵਿੱਚ ਗੁਰੂ ਦੀ ਗੱਲ ਤੇਰੀ ਵਸ ਗਈ, ਫਿਰ ਹਜ਼ੂਰ ਆਖਦੇ ਐਸਾ ਨਾਮ ਨਿਰੰਜਨ ਹੋਏ, ਇਹੋ ਜਿਹਾ ਨਾਮ ਜਿਹੜਾ ਕਾਲਕ ਤੋਂ ਰਹਿਤ ਹੈ, ਉਹ ਜਿਹੜਾ ਜੀਵਨ ਨੂੰ ਸਵਾਰਦਾ। ਕਿਉਂਕਿ ਜਿਹੜਾ ਆਪ ਨਿਰੰਜਨ ਹੈ, ਆਪ ਕਾਲਕ ਤੋਂ ਰਹਿਤ ਹੈ, ਜਿਹਦੇ ਵਿੱਚ ਆਪ ਕੋਈ ਐਬ ਨਹੀਂ, ਜਿਹਦੇ ਵਿੱਚ ਅਸੀਂ ਉਹਨੂੰ ਪਵਿੱਤਰ ਆਖਦੀਆਂ ਨੇ ਵੀ ਹਾਂ ਇਹ 100% ਸ਼ੁੱਧ ਹੈ। ਸੋਨਾ ਕਹਿੰਦੇ ਉਹਨਾਂ ਚਿਰ ਕੁਠਾਲੀ ਦੇ ਵਿੱਚ ਕੱਢਦਾ ਹੈ, ਉਹਨਾਂ ਚਿਰ ਕੁਠਾਲੀ ਦੇ ਵਿੱਚ ਤੜਫਦਾ ਹੈ, ਜਿੰਨਾ ਚਿਰ ਤੱਕ ਉਹ ਸ਼ੁੱਧ ਨਹੀਂ ਹੋ ਜਾਂਦਾ। ਉਸੇ ਤਰ੍ਹਾਂ ਜਿਹੜਾ ਮਨ ਹੈ ਉਹਨਾਂ ਚਿਰ ਤੱਕ ਭਟਕਦਾ, ਜਿੰਨਾ ਚਿਰ ਤੱਕ ਇਹਦੇ ਵਿੱਚੋਂ 5 ਵਿਕਾਰ ਹਨ ਜਿਹੜੇ ਉਹ ਬਾਹਰ ਨਹੀਂ ਨਿਕਲ ਜਾਂਦੇ। ਇਹ ਮਨ ਉਹਨਾਂ ਚਿਰ ਭਟਕਣਾ ਦੇ ਵਿੱਚ ਪਿਆ ਰਹਿੰਦਾ। ਜਦੋਂ ਮਨ ਦੇ ਵਿੱਚੋਂ ਭਟਕਣਾ ਖਤਮ ਹੋ ਗਈ, ਇਹਨੇ ਐਨ ਸ਼ਾਂਤ ਹੋ ਕੇ ਸਥਿਰ ਚਿੱਤ ਹੋ ਕੇ ਗੁਰੂ ਚਰਨਾਂ ਦੇ ਨਾਲ ਜੁੜ ਜਾਣਾ। ਸੋ ਹਜ਼ੂਰ ਆਖਦੀ ਜੇ ਕੋ ਮਨ ਜਾਣੇ ਮਨ ਕੋਏ, ਪਰ ਜੇ ਕੋਈ ਇਸ ਗੱਲ ਨੂੰ ਮੰਨ ਕੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਵਸਾ ਲੈਂਦਾ, ਉਹਨੂੰ ਫਿਰ ਇਹ ਜਿਹੜੀ ਨਿਰੰਜਨ ਦੀ ਜਿਹੜੀ ਦੌਲਤ ਹੈ ਉਹ ਪ੍ਰਾਪਤ ਹੁੰਦੀ ਹੈ। ਉਹਨੂੰ ਉਹ ਪਰਮਾਤਮਾ ਦਾ
ਨਾਮ ਹੈ ਜਿਹੜਾ ਝੋਲੀ ਦੇ ਵਿੱਚ ਪੈਂਦਾ ਹੈ, ਉਹਦਾ ਅਦਬ ਹੈ ਜਿਹੜਾ ਉਹ ਜੀਵਨ ਨੂੰ ਸਵਾਰਦਾ ਹੈ। ਹਜ਼ੂਰ ਆਖਦੇ ਇਸ ਕਰਕੇ ਉਹਨਾਂ ਨੂੰ ਰੱਬ ਦੇ ਨਾਮ ਦੇ ਵਿੱਚ ਜੁੜਨਾ ਚਾਹੀਦਾ ਹੈ, ਸੁਰਤੀ ਨੂੰ ਮਨ ਦੇ ਵਿੱਚ ਜੋੜਨਾ ਚਾਹੀਦਾ ਹੈ। ਬੇਸੁਰਤੇ ਹੋ ਕੇ ਇਸ ਸੰਸਾਰ ਦੇ ਵਿੱਚ ਵਿਚਰਨ ਦੇ ਨਾਲੋਂ ਚੰਗੀ ਸੁਰਤ ਵਾਲੇ, ਚੰਗੀ ਸਮਝ ਵਾਲੇ ਬਣ ਕੇ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਖਚਿਤ ਹੋਣਾ ਚਾਹੀਦਾ ਹੈ, ਤਾਂ ਜਾ ਕੇ ਜਿਹੜਾ ਸਾਡਾ ਜੀਵਨ ਹੈ ਉਹ ਉਜਲੇ ਮੁਖ ਵਾਲਾ ਹੋਵੇਗਾ। ਹਜ਼ੂਰ ਇਸ ਪਾਵਨ ਪੌੜੀ ਦੇ ਦੁਆਰਾ ਸਾਨੂੰ ਇਹੀ ਸਮਝਾਉਣ ਦਾ ਯਤਨ ਕਰਦੇ ਨੇ ਕਿ ਪ੍ਰਭੂ ਚਰਨਾਂ ਦੀ ਜਿਹੜੀ ਪ੍ਰੀਤ ਹੈ ਮਨੁੱਖ ਦੇ ਮਨ ਦੇ ਵਿੱਚ ਚਾਨਣ ਕਰ ਦਿੰਦੀ ਹੈ। ਜਿੰਨਾ ਚਿਰ ਤੱਕ ਪ੍ਰੀਤ ਨਹੀਂ ਉਹਨਾਂ ਚਿਰ ਤੱਕ ਮਨ ਦੇ ਵਿੱਚ ਚਾਨਣ ਨਹੀਂ ਆਉਣਾ ਤੇ ਸਾਰੇ ਸੰਸਾਰ ਵਿੱਚ ਉਸ ਨੂੰ ਪਰਮਾਤਮਾ ਦਿਸਦਾ ਹੈ। ਜਿਨੇ ਗੁਰੂ ਦੀ ਗੱਲ ਨੂੰ ਮੰਨ ਲਿਆ, ਨੂੰ ਸਾਰੀ ਸ੍ਰਿਸ਼ਟੀ ਸਗਲ ਭਵਨ ਦੇ ਵਿੱਚ ਸਿਰਫ ਤੇ ਸਿਰਫ ਉਸ ਪਰਮਾਤਮਾ ਦੇ ਜਿਹੜੇ ਦਿਦਾਰੇ ਹਨ ਉਹ ਹੁੰਦੇ ਹਨ, ਤੇ ਉਸ ਨੂੰ ਵਿਕਾਰਾਂ ਦੀਆਂ ਜਿਹੜੀਆਂ ਚੋਟਾਂ ਹਨ ਉਹ ਨਹੀਂ ਵੱਜਦੀਆਂ, ਤੇ ਨਾ ਹੀ ਉਸ ਨੂੰ ਫਿਰ ਅਖੀਰ ਦੇ ਉੱਤੇ ਜਿਹੜੀ ਸਾਨੂੰ ਸਾਰਿਆਂ ਨੂੰ ਡਰ ਹੁੰਦਾ ਹੈ ਵੀ ਸਾਨੂੰ ਮੌਤ ਆਉਣੀ ਹੈ। ਆਤਮਿਕ ਮੌਤ ਉਹ ਮਨੁੱਖ ਨਹੀਂ ਮਰਦੇ, ਸਰੀਰਕ ਮੌਤ ਤੇ ਸਾਰਿਆਂ ਨੂੰ ਆਉਣੀ ਹੈ। ਆਤਮਿਕ ਜਿਹੜੀ ਮੌਤ ਹੈ ਉਹਦੇ ਤੋਂ ਫਿਰ ਉਹ ਭੈਭੀਤ ਰਹਿੰਦੇ ਨੇ, ਉਹਨਾਂ ਨੂੰ ਡਰ ਨਹੀਂ ਲੈਂਦਾ ਕਿਸੇ ਗੱਲ ਦਾ। ਇਸ ਕਰਕੇ ਹਜ਼ੂਰ ਇਸ ਪਾਵਨ ਪੌੜੀ ਦੇ ਦੁਆਰਾ ਸਾਨੂੰ ਇਹੀ ਸਮਝਾਉਂਦੇ ਨੇ ਕਿ ਉਸ ਗੁਰੂ ਦੀ ਗੱਲ ਨੂੰ ਮੰਨ ਕੇ ਹਿਰਦੇ ਦੇ ਵਿੱਚ ਧਾਰਿਆ ਜਾਵੇ, ਕਿਉਂਕਿ ਇਹੋ ਜਿਹਾ ਨਾਮ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।